26 ਜਨਵਰੀ ਨੂੰ ਕਿਸਾਨਾਂ ਦੀ ਦਿੱਲੀ ਦੇ ਵਿੱਚ ਟਰੈਕਟਰ ਪਰੇਡ ਹੋਣ ਵਾਲੀ ਹੈ। ਦਿੱਲੀ ਪੁਲਿਸ ਦੇ ਵੱਲੋਂ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਰੂਟ ਤੇ ਉੱਪਰ ਅਜੇ ਪਲੈਨਿੰਗ ਹੋ ਰਹੀ ਹੈ। ਅੱਜ ਵੀ ਮੀਟਿੰਗ ਹੋਣੀ ਹੈ। ਉਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋ ਸਕਦੇ ਨੇ, ਰੂਟ ਮੈਪ ਬਣਾਏ ਜਾ ਸਕਦੇ ਨੇ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਬਲਬੀਰ ਸਿੰਘ ਰਾਜੇਵਾਲ ਨੇ, ਸਭ ਤੋਂ ਸੀਨੀਅਰ ਲੀਡਰ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ 26 ਜਨਵਰੀ ਦੀ ਪਰੇਡ ਕਿਹੋ ਜੀ ਹੋਵੇਗੀ, ਉਸ ਤੋਂ ਪਹਿਲਾਂ ਕੀ ਤਿਆਰੀਆਂ ਨੇ ਅਤੇ 26 ਜਨਵਰੀ ਤੋਂ ਬਾਅਦ ਕੀ ਹੋਵੇਗਾ। ਕਿਉਂਕਿ ਕਈਆਂ ਦੇ ਮਨ ਦੇ ਵਿੱਚ ਇਹ ਵੀ ਗੱਲ ਆ ਰਹੀ ਹੈ ਕਿ ਸ਼ਾਇਦ 26 ਜਨਵਰੀ ਤੋਂ ਬਾਅਦ ਅੰਦੋਲਨ ਸਮਾਪਤ ਹੋ ਜਾਵੇਗਾ, ਕਿ ਇਹੀ 26 ਜਨਵਰੀ ਇੱਕ ਮੇਨ ਪੁਆਇੰਟ ਆ। ਤਾਂ ਰਾਜੇਵਾਲ ਸਾਹਿਬ ਸਾਡੇ ਨਾਲ ਨੇ। ਰਾਜੇਵਾਲ ਸਾਹਿਬ, ਕੀ ਤਿਆਰੀਆਂ ਨੇ ਅਤੇ ਇਹ ਪਰੇਡ ਜਿਹੜੀ ਆ ਕਿਹੋ ਜੀ ਹੋ ਸਕਦੀ ਹੈ? ਇਸ ਤਰ੍ਹਾਂ ਵੀ 26 ਜਨਵਰੀ ਲੋਕਤੰਤਰ ਦਾ ਇੱਕ ਅਹਿਮ ਜਿਹੜਾ ਪ੍ਰੋਗਰਾਮ ਹੈ ਔਰ ਇਹਨੂੰ ਗਣਤੰਤਰ ਦਿਵਸ ਕਹਿੰਦੇ ਨੇ, ਲੋਕਾਂ ਦਾ ਤੰਤਰ। ਅਫਸੋਸ ਹੀ ਜ਼ਾਹਰ ਕਰ ਸਕਦੇ ਹਾਂ ਪਿਛਲੇ 72 ਸਾਲਾਂ 'ਚ ਸਰਕਾਰ ਜੀ ਦੀ ਮਰਜ਼ੀ ਹੋਵੇ, ਉਹਨਾਂ ਨੇ ਲੋਕਾਂ ਨੂੰ ਇਸ ਫੰਕਸ਼ਨ ਤੋਂ ਬਾਹਰ ਰੱਖਿਆ। ਇਹ ਤੇ ਇੱਕ ਤਾਕਤ ਦਾ ਮੁਜ਼ਾਹਰਾ ਕਰਨ ਤੱਕ ਸੀਮਿਤ ਕਰਤਾ ਔਰ ਇਹਨੂੰ ਅਫਸਰਸ਼ਾਹੀ ਜਾਂ ਕੁਝ ਪੋਲੀਟੀਸ਼ੀਅਨਾਂ ਦਾ ਪ੍ਰੋਗਰਾਮ ਕਹਿ ਕੇ ਲੋਕਾਂ ਨੂੰ ਇਸ ਤਰ੍ਹਾਂ, ਬੱਚਿਆਂ ਨੂੰ ਸਕੂਲਾਂ ਦੇ ਨੂੰ ਇੱਦਾਂ ਖੜੇ ਕੀਤਾ ਜਾਂਦਾ ਆਲੇ ਦੁਆਲੇ ਜਿਵੇਂ ਇੱਕ ਬਾਦਸ਼ਾਹ ਦੇ ਅੱਗੇ ਉਹਦੇ ਗੁਲਾਮ ਪੇਸ਼ ਹੋਏ ਹੋਣ। ਹੁਣ ਤੱਕ ਇਸ ਤਰ੍ਹਾਂ ਦਾ ਹੁੰਦਾ ਰਿਹਾ। ਇਹ ਪਹਿਲੀ ਵਾਰੀ ਹੈ, ਭਾਵੇਂ ਅੰਦੋਲਨ ਦੀ ਵਜ੍ਹਾ ਨਾਲ ਹੋਇਆ। ਵੱਡੀ ਪੱਧਰ ਤੇ ਜਿਹੜੇ ਦੇਸ਼ ਦੇ ਲੋਕ ਨੇ, ਖਾਸ ਤੌਰ ਤੇ ਖੇਤੀ ਕਰਨ ਨਾਲ ਜੁੜੇ ਹੋਏ ਕਿਸਾਨ ਤੇ ਮਜ਼ਦੂਰ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਦੂਜੇ ਕਿੱਤਿਆਂ ਵਾਲੇ ਜੁੜੇ ਨੇ, ਉਹ ਪਹਿਲਾਂ ਸਹੀ ਅਰਥਾਂ ਵਿੱਚ ਗਣਤੰਤਰ ਦਿਵਸ ਮਨਾਉਣਗੇ, ਜਿਹਦੇ ਵਿੱਚ ਗਣ ਜਿਹੜੇ ਦੇਸ਼ ਦੇ ਅਸਲੀ ਲੋਕ ਨੇ ਉਹ ਉਹਦੇ ਵਿੱਚ ਸ਼ਾਮਲ ਹੋਣਗੇ। ਅੱਗੋਂ ਕਹਿੰਦੇ ਸੀ, ਕਹਿੰਦੇ ਵੀ ਗਣ ਪਿੱਛੇ ਆ ਗਿਆ ਸੀ, ਤੰਤਰ ਅੱਗੇ ਆ ਗਿਆ ਸੀ, ਕਿਉਂਕਿ ਤੰਤਰ ਦਾ ਜਿਹੜਾ ਕਹਿੰਦੇ ਕਿ ਜ਼ਿਆਦਾ ਪ੍ਰਭਾਵ ਪੈਣ ਲੱਗ ਗਿਆ ਸੀ। ਉਸ ਦਾ ਮਾਇਨੇ ਜਿਹੜੇ ਆ ਹੁਣ ਬਦਲ ਦਿਆਂਗੇ ਇਹ ਟਰੈਕਟਰ ਪਰੇਡ ਦੇ ਰਾਹੀਂ। ਮੈਂ ਇਹੋ ਪਹਿਲਾਂ ਜ਼ਿਕਰ ਕੀਤਾ ਵੀ ਬਦਕਿਸਮਤੀ ਹੈ ਇਸ ਦੇਸ਼ ਦੀ ਕਿ ਇੱਥੇ ਜਿਹੜੇ ਲੋਕ ਨੇ ਉਹ ਪਿੱਛੇ ਧੱਕ ਦਿੱਤੇ ਗਏ। ਇਹ ਕੁਝ ਜਾਂ ਤਾਕਤ ਦਾ ਮੁਜ਼ਾਹਰਾ ਕਰਨ ਦਾ ਦਿਨ ਬਣਾ ਕੇ ਰੱਖ ਦਿੱਤਾ, ਜਾਂ ਫਿਰ ਇਹਨੂੰ ਜਿਹੜਾ ਸੀ ਕੁਝ ਪੋਲੀਟੀਸ਼ੀਅਨਸ ਦਾ ਤੇ ਬਿਊਰੋਕਰੇਸੀ ਦਾ ਉਹਨਾਂ ਦੇ ਸਾਹਮਣੇ ਲੋਕਾਂ ਨੂੰ ਗੁਲਾਮਾਂ ਵਾਂਗੂ ਖੜੇ ਕਰਕੇ ਵੀ ਉਹ ਦੇਖਣ, ਬੱਚੇ ਸਾਡੇ ਸਕੂਲਾਂ ਦੇ ਆ ਕੇ ਉਹਨੂੰ ਦੇਖਣ, ਇਸ ਤਰ੍ਹਾਂ ਦਾ ਫੰਕਸ਼ਨ ਬਣਾ ਦਿੱਤਾ ਗਿਆ ਸੀ। ਤੇ ਲੋਕਾਂ ਦੀ ਭਾਗੀਦਾਰੀ ਇਹਦੇ ਵਿੱਚੋਂ ਗਾਇਬ ਸੀ। ਤੇ ਇਸ ਅੰਦੋਲਨ ਲਈ ਮੈਂ ਸਮਝਦਾ ਧੰਨਵਾਦੀ ਹੋਣਾ ਚਾਹੀਦਾ ਸਾਰੇ ਦੇਸ਼ ਵਾਸੀਆਂ ਨੂੰ। ਇਹਨੇ ਲੋਕਾਂ ਨੂੰ ਲੋਕਾਂ ਦੀ ਮਹੱਤਤਾ ਨੂੰ ਇਸ ਗਣਤੰਤਰ ਦਿਵਸ ਤੇ ਅੱਗੇ ਲਿਆਂਦਾ ਹੈ। ਉਸ ਪਰੇਡ ਦੇ ਵਿੱਚ 26 ਤਰੀਕ ਦੀ ਪਰੇਡ ਦੇ ਵਿੱਚ ਕੀ ਦੇਖਣ ਨੂੰ ਮਿਲੂਗਾ? ਬੜੀ ਸਾਰੀ ਦੁਨੀਆ ਦੀ ਨਿਗਾਹ ਅੱਜ ਤਾਂ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਿਹਾ ਸੀ, ਕਹਿੰਦੇ ਕਿ ਇੰਟਰਨੈਸ਼ਨਲ ਮੀਡੀਆ ਕਵਰ ਕਰਨ ਆ ਰਿਹਾ ਹੈ ਇਸ ਚੀਜ਼ ਨੂੰ। ਦੇਖਣ ਨੂੰ ਕੀ ਮਿਲੂਗਾ ਉਸ ਪਰੇਡ ਦੇ ਵਿੱਚ? ਮੇਰੀ ਇਨਫੋਰਮੇਸ਼ਨ ਮੁਤਾਬਕ ਕੋਈ 1000 ਦੇ ਕਰੀਬ ਚੈਨਲ ਵਿਦੇਸ਼ਾਂ ਦੇ ਵਿੱਚੋਂ ਇਹਦੀ ਕਵਰੇਜ ਲਈ ਆ ਗਿਆ ਔਰ ਇਹ ਸਾਰੀ ਦੁਨੀਆ ਲਈ ਇੱਕ ਨਿਵੇਕਲਾ ਫੰਕਸ਼ਨ ਹੋਏਗਾ। ਸਾਰੀ ਦੁਨੀਆ ਲਈ ਇੱਕ ਰਾਹ ਦੱਸਣ ਵਾਲਾ ਫੰਕਸ਼ਨ ਹੋਏਗਾ, ਜਿੱਥੇ ਲੋਕਾਂ ਦੀ ਮਹੱਤਤਾ ਵੱਧ ਹੋਏਗੀ। ਇੱਥੇ ਕੋਈ ਪੋਲੀਟੀਕਲ ਲੀਡਰ ਨਹੀਂ ਹੋਏਗਾ, ਕੋਈ ਬਿਊਰੋਕਰੇਸੀ ਨਹੀਂ ਹੋਏਗੀ। ਇੱਥੇ ਕਿਸਾਨ ਤੇ ਮਜ਼ਦੂਰ ਰਲ ਕੇ ਗਣਤੰਤਰ ਦਿਵਸ ਮਨਾਉਣਗੇ। ਝਾਕੀਆਂ ਵੀ ਹੋਣਗੀਆਂ ਉਹਦੇ ਵਿੱਚ। ਝਾਕੀਆਂ ਦੇ ਵਿੱਚ ਕੀ ਦਰਸਾਇਆ ਜਾਊਗਾ? ਪੰਜਾਬ ਦੇ ਸੱਭਿਆਚਾਰ ਦੀ ਗੱਲ ਹੋਊਗੀ, ਪੰਜਾਬ ਦੀ ਕਿਸਾਨੀ ਦੀ ਗੱਲ ਹੋਊਗੀ, ਕਿ ਜਾਂ ਕਿਸਾਨੀ ਦੀ ਅਸਲੀ ਤਸਵੀਰ ਹੈ ਉਸ ਦਾ ਜ਼ਿਕਰ ਹੋਊਗਾ ਉਸ ਝਾਕੀਆਂ ਦੇ ਵਿੱਚ? ਦੇਖੋ, ਸਾਡਾ ਸੱਭਿਆਚਾਰ, ਸਾਡੀਆਂ ਧਾਰਮਿਕ ਰਹੁ ਰੀਤਾਂ, ਕਿਸਾਨੀ, ਇਹ ਸਾਰੇ ਆਪੋ ਵਿੱਚ ਜੁੜੇ ਹੋਏ ਮਸਲੇ ਨੇ। ਤੇ ਇਹਦੇ ਵਿੱਚ ਝਾਕੀਆਂ ਕੁਝ ਇਸ ਤਰ੍ਹਾਂ ਦੀਆਂ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਦੇ ਅਧਿਕਾਰ ਦਿੱਤੇ ਸੀ, ਉਹਨਾਂ ਦੀ ਵੀ ਝਾਕੀ ਹੋਏਗੀ। ਪਗੜੀ ਸੰਭਾਲ ਜੱਟਾ ਲਹਿਰ ਬਹੁਤ ਵੱਡੀ ਚੱਲੀ ਹੈ, ਸਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ, ਉਹਦੀ ਵੀ ਇੱਕ ਝਾਂਕੀ ਹੋਏਗੀ। ਇਹਦੇ 'ਚ ਕਿਸਾਨ ਦੀ ਹਾਲਤ ਦਰਸਾਉਣ ਨੂੰ, ਕਿਵੇਂ ਉਹ ਫਾਂਸੀ ਲਾਉਂਦਾ ਹੈ, ਕੀ ਉਹਦਾ ਹਾਲ ਹੁੰਦਾ ਹੈ, ਇਸ ਤਰ੍ਹਾਂ ਦੀਆਂ ਝਾਂਕੀਆਂ ਇਹਦੇ ਵਿੱਚ ਬਹੁਤ ਹੋਣਗੀਆਂ। ਬਹੁਤੀਆਂ ਝਾਂਕੀਆਂ ਪੇਂਡੂ ਜੀਵਨ ਦੇ ਨਾਲ ਜੁੜੀਆਂ ਹੋਣਗੀਆਂ, ਕਿਸਾਨਾਂ ਦੇ, ਮਜ਼ਦੂਰਾਂ ਦੇ ਜੀਵਨ ਨਾਲ ਜੁੜੀਆਂ ਹੋਣਗੀਆਂ। ਜੋ ਗਰਾਊਂਡ ਰਿਐਲਿਟੀ ਜਿਹਨੂੰ ਸਰਕਾਰਾਂ ਹੁਣ ਤੇ ਛੁਪਾਉਂਦੀਆਂ ਰਹੀਆਂ, ਉਹਨੂੰ ਅਸੀਂ ਐਕਸਪੋਜ਼ ਕਰਕੇ ਦਿੱਲੀ 'ਚ ਸਾਰੀ ਦੁਨੀਆ ਨੂੰ ਦੱਸਾਂਗੇ ਕਿ ਇੱਥੇ ਦੇ ਲੋਕਾਂ ਦੀ ਹਾਲਤ ਕੀ ਹੈ, ਜਿਹਨੂੰ ਸਰਕਾਰ ਝੂਠ ਬੋਲ ਕੇ, ਗੁੰਮਰਾਹ ਕਰਕੇ, ਬਹੁਤ ਤਰੱਕੀ ਸ਼ੋਅ ਕਰਕੇ ਦੱਸੀ ਜਾਂਦੀ ਹੈ। ਇਸ
ਇਸ ਪਰੇਡ ਦੇ ਉੱਪਰ ਕਈ ਏਜੰਸੀਆਂ ਦੀਆਂ ਵੀ ਨਿਗਾਹਾਂ ਨੇ, ਕਿਉਂਕਿ 2 ਦਿਨ ਪਹਿਲਾਂ ਇੱਕ ਲੜਕਾ ਫੜਿਆ ਸੀ, ਹਾਲਾਂਕਿ ਮੁੜ ਕੇ ਉਹਦੀ ਵੀਡੀਓ ਆਈ ਕਿ ਮੁੱਕਰ ਗਿਆ। ਤਾਂ ਸੁਰੱਖਿਆ ਦੇ ਲਿਹਾਜ਼ ਤੋਂ ਜੇ ਮੈਂ ਦੇਖਾਂ ਤਾਂ ਉਹਦੀਆਂ ਕੀ ਤਿਆਰੀਆਂ ਨੇ, ਕਿਉਂਕਿ ਬਹੁਤ ਵੱਡਾ ਇੱਕ ਇਤਿਹਾਸ ਕਹਿ ਸਕਦੇ ਹਾਂ ਕਿ ਰਚਣ ਜਾ ਰਹੇ ਹੋ। ਤੇ ਜਿੰਨਿਆਂ ਕਰਨਾਲ ਤੋਂ ਅਜੇ ਵੀ ਸਾਨੂੰ ਰਿਪੋਰਟ ਆ ਰਹੀ ਹੈ, ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਟਰੈਕਟਰ ਅਜੇ ਖੜੇ ਆ ਜਿਹੜੇ ਇੱਧਰ ਨੂੰ ਆਉਣੇ ਆ, ਕਿਉਂਕਿ ਇੱਥੋਂ ਵੀ ਸਾਨੂੰ 10 ਕਿਲੋਮੀਟਰ ਅਸੀਂ ਤੁਰ ਕੇ ਆਏ ਆ, ਗੱਡੀਆਂ ਨਹੀਂ ਅੱਗੇ ਆਉਂਦੀਆਂ ਹੁਣ। ਤਾਂ ਸੁਰੱਖਿਆ ਦੇ ਲਿਹਾਜ਼ ਤੋਂ ਕਿਸ ਤਰੀਕੇ ਨਾਲ ਫਿਰ ਇਹਨੂੰ ਦੇਖਿਆ ਜਾਊਗਾ? ਅਸੀਂ ਇਸ ਪੱਖੋਂ ਬਹੁਤ ਚੌਕਸ ਹਾਂ। ਮੈਂ ਹੁਣੇ ਸਟੇਜ ਤੋਂ ਆਪਣੇ ਨੌਜਵਾਨ ਨੂੰ ਅਪੀਲ ਕਰਕੇ, ਬੇਸਿਕਲੀ ਇਹ ਜਿਹੜਾ ਅੰਦੋਲਨ ਚੱਲ ਰਿਹਾ, ਮੈਂ ਇਹਨੂੰ ਮੰਨ ਕੇ ਚੱਲਦਾ ਵੀ ਕੁਦਰਤ ਦਾ ਕੋਈ ਕਰਿਸ਼ਮਾ ਹੈ। ਏਡੇ ਵੱਡੇ ਇਕੱਠ ਨੂੰ ਮੈਨੇਜ ਕਰਨਾ, ਇਹ ਪੀਸਫੁਲ ਰਹਿਣਾ, ਹਰ ਚੀਜ਼ ਦਾ ਇੰਤਜ਼ਾਮ ਆਪਣੇ ਆਪ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਹੋਈ ਜਾ ਰਿਹਾ। ਇਹਨੂੰ ਤੁਸੀਂ ਕੁਦਰਤ ਦਾ ਕਰਿਸ਼ਮਾ ਕਹੋਗੇ? ਕਹਿੰਦੇ ਕੋਈ ਵਿਆਹ ਰੱਖ ਲਈਏ ਤਾਂ ਲੜ ਪੈਂਦੇ ਆ, ਤੇ ਇਹ ਏਡਾ ਤਗੜਾ ਇਕੱਠ ਕਰਕੇ ਬੈਠੇ ਸ਼ਾਂਤੀ। ਇੱਥੇ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਕਿੱਥੋਂ ਆਈ ਜਾ ਰਹੀ ਹੈ। ਕੋਈ ਸ਼ਕਤੀ ਇਹਦੇ ਪਿੱਛੇ ਹੈ। ਔਰ ਠੀਕ ਹੈ, ਇਹ ਨਾ ਜਥੇਬੰਦੀਆਂ ਦੇ ਲੱਗ ਰਿਹਾ ਵੀ ਜਥੇਬੰਦੀਆਂ ਨੇ ਆਰਗੇਨਾਈਜ਼ ਕੀਤਾ, ਸ਼ੁਰੂਆਤ ਅਸੀਂ ਕੀਤੀ ਹੈ, ਪਰ ਮੈਂ ਇਹ ਮੰਨ ਕੇ ਚੱਲਦਾ ਵੀ ਇਹਦੇ ਪਿੱਛੇ ਕੋਈ ਅਕਾਲ ਪੁਰਖ ਦੀ ਕੋਈ ਮਿਹਰ ਹੈ। ਔਰ ਇਹ ਵੀ ਨਾਲ ਦੇਖਣਾ ਪਏਗਾ ਭਈ ਇਸ ਜਿਹੜਾ ਉਸ ਦਿਨ ਅਸੀਂ ਕਰਨ ਜਾ ਰਹੇ ਹਾਂ 26 ਜਨਵਰੀ ਨੂੰ, ਉਹਦੇ 'ਚ ਡਿਸਿਪਲਿਨ ਮੇਨਟੇਨ ਕਰਨ ਵਾਸਤੇ, ਸ਼ਾਂਤੀ ਰੱਖਣ ਵਾਸਤੇ, ਹਾਲੇ ਮੈਨੂੰ ਐਗਜ਼ੈਕਟ ਨੰਬਰ ਨਹੀਂ ਪਤਾ, ਆਹ ਲਿਸਟਾਂ ਤੁਹਾਡੇ ਸਾਹਮਣੇ ਸਾਡੇ ਗਰੁੱਪ ਦੀਆਂ ਬਣ ਰਹੀਆਂ, ਬਾਕੀ ਸਾਰੇ ਬਣਾ ਰਹੇ ਨੇ। ਅਸੀਂ ਕੋਈ 5-7 ਹਜ਼ਾਰ ਵਲੰਟੀਅਰਸ ਜਿਹੜੇ ਨੇ ਇਹਨੂੰ ਆਰਗੇਨਾਈਜ਼ ਕਰਨ ਵਾਸਤੇ ਉਹਨਾਂ ਦੀ ਡਿਊਟੀ ਲਾਵਾਂਗੇ, ਜਿਹੜੇ ਇਹਦੇ ਨਾਲ ਸਾਰੇ ਜਲੂਸ ਦੇ ਨਾਲੋਂ ਨਾਲ ਚੱਲਣਗੇ। ਕਿਸੇ ਨੂੰ ਕੋਈ ਦਿੱਕਤ ਹੋਏਗੀ, ਸਾਡੀਆਂ ਜਿਹੜੀਆਂ ਨੇ ਮੋਬਾਈਲ ਜਿਹੜੀਆਂ ਨੇ ਵੈਨਾਂ ਉਹ ਨਾਲ ਚੱਲਣਗੀਆਂ। ਕੋਈ ਟਰੈਕਟਰ ਖਰਾਬ ਹੋ ਗਿਆ ਉਹਦੇ ਵਾਸਤੇ ਮਸ਼ੀਨਰੀ ਰਿਪੇਅਰ ਵਾਲੇ ਵੀ ਨਾਲ ਚੱਲਣਗੇ, ਇਹਦੇ 'ਚ ਐਂਬੂਲੈਂਸਿਸ ਵੀ ਨਾਲ ਚੱਲਣਗੀਆਂ। ਇਹ ਸਾਰਾ ਇੰਤਜ਼ਾਮ ਅਸੀਂ ਕੀਤਾ ਹੈ, ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਔਰ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਲੋਕਾਂ ਨੂੰ ਅਪੀਲ ਕੀਤੀ ਹੈ, ਹੁਣ ਵੀ ਤੁਹਾਡੇ ਰਾਹੀਂ ਵੀ ਅਪੀਲ ਕਰਨੀ ਚਾਹਾਂਗਾ ਵੀ ਆਪੋ ਆਪਣੇ ਟਰੈਕਟਰ 'ਤੇ 4 ਜਾਂ 5 ਬੰਦੇ ਬੈਠਣ, ਜਿਹੜੇ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਹੋਣ। ਉੱਪਰੇ ਬੰਦੇ ਨੂੰ ਬਿਲਕੁਲ ਨਾ ਬਿਠਾਉਣ, ਆਟੋਮੈਟਿਕਲੀ ਉਹ ਬਾਹਰ ਹੋ ਜਾਣਗੇ। ਇੱਕ ਗੱਲ। ਦੂਸਰੀ, ਅਸੀਂ ਕਿਸੇ ਨੂੰ ਆਪਣੀ ਜਿਹੜੀ ਪਰੇਡ ਹੈ ਬਾਹਰੋਂ ਭੱਜ ਕੇ ਨੇੜੇ ਫਟਕਣ ਨਹੀਂ ਦਿਆਂਗੇ। ਇਹ ਵੀ ਇਹਦੀ ਬਾਜ਼ ਅੱਖ ਹੈ। ਔਰ ਬੜੀ ਸਪਸ਼ਟ ਗੱਲ ਹੈ ਵੀ ਇੰਨਾ ਟਾਈਟ ਕੀਤਾ ਹੋਇਆ ਸੀ ਡਿਸਿਪਲਿਨ ਦੇ ਮਾਮਲੇ 'ਚ, ਕਿਸਾਨ ਬਿਲਕੁਲ ਹੀ ਨਹੀਂ ਵਾਇਲੈਂਸ ਕਰਨਗੇ, ਤੇ ਜੇ ਵਾਇਲੈਂਸ ਹੋਏਗਾ ਸਿੱਧਾ ਏਜੰਸੀਆਂ ਦੇ ਨਾਲ ਲੱਗੇਗਾ, ਸਰਕਾਰ ਦੇ ਨਾਲ ਲੱਗੇਗਾ। ਏਜੰਸੀਆਂ ਦਾ ਲੱਗਦਾ ਤੁਹਾਨੂੰ ਕੋਈ ਰਿਪੋਰਟ ਆ ਰਹੀ ਹੈ? ਕਿਉਂਕਿ ਕਾਫੀ ਜਿਹੜੇ ਅਫਸਰ ਨੇ ਤੁਹਾਡੇ ਨਾਲ ਸੰਪਰਕ ਦੇ ਵਿੱਚ, ਕੋਈ ਇਸ ਤਰ੍ਹਾਂ ਦੀ ਰਿਪੋਰਟ ਹੈ ਕਿ ਕੋਈ ਗੜਬੜੀ ਦੇ ਆਸਾਰ ਨੇ? ਦੇਖੋ ਜੀ, ਬਹੁਤ ਸਾਰੀਆਂ ਰਿਪੋਰਟਾਂ ਆਉਂਦੀਆਂ ਰਹੀਆਂ, ਇੱਕ ਦਿਨ ਨਹੀਂ। ਜਦੋਂ ਤੋਂ ਅਸੀਂ ਇੱਥੇ ਬੈਠੇ ਹਾਂ ਉਦੋਂ ਤੋਂ ਅਸੀਂ ਰੋਜ਼ ਫੜ ਕੇ ਪੁਲਿਸ ਨੂੰ ਦਿੰਦੇ ਰਹੇ, ਔਰ ਸਾਰਾ ਕੁਝ ਪੁਲਿਸ ਦੇ ਸਾਹਮਣੇ ਮੰਨਦੇ ਰਹੇ। ਪਰ ਜਦੋਂ ਅਸੀਂ ਪੁਲਿਸ ਨੂੰ ਦੇਖਿਆ, ਉਹਨਾਂ ਤੋਂ ਬਾਅਦ ਦੂਜੇ ਦਿਨ ਤੀਜੇ ਦਿਨ ਪੁਲਿਸ ਬੰਦਿਆਂ ਨੂੰ ਛੱਡ ਦਿੰਦੀ ਰਹੀ ਹੈ, ਔਰ ਉਹਨਾਂ ਤੇ ਕੋਈ ਛੋਟਾ ਮੋਟਾ ਐਵੇਂ ਕੇਸ ਪਾ ਕੇ ਬੇਲੇਬਲ ਆਫੈਂਸ ਦਾ, ਜਿਹਦੇ 'ਚ ਜਦੇ ਉਹਦੀ ਜਾਂਦੀ ਹੈ ਜ਼ਮਾਨਤ ਹੋ ਜੇ, ਇਸ ਤਰ੍ਹਾਂ ਹੁਣ ਤੱਕ ਬਿਹੇਵ ਕਰਦੀ ਰਹੀ ਹੈ। ਇੱਥੇ ਅਸੀਂ ਬਹੁਤ ਕੁਝ ਪੜ੍ਹਿਆ, ਉਹ ਮੈਂ ਇੰਨਾ ਡਿਟੇਲ 'ਚ ਬਿਆਨ ਨਹੀਂ ਕਰ ਸਕਦਾ। ਮਤਲਬ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਜਿਹੋ ਜਿਹੇ ਕੰਮਾਂ ਵਾਸਤੇ ਏਜੰਸੀਆਂ ਲੱਗੀਆਂ ਹੋਈਆਂ। ਔਰ ਸਾਡੇ ਜਿਹੜੇ ਹੈਗੇ ਵਲੰਟੀਅਰ, ਸਾਡੇ ਜਿਹੜੇ ਕਿਸਾਨ ਨੇ, ਉਹ ਚੌਕਸ ਨੇ। ਔਰ ਤੁਸੀਂ ਹੈਰਾਨ ਹੋਵੋਗੇ, ਹਰ ਟਰਾਲੀ 'ਚ ਸੌਣ ਵਾਲਿਆਂ 'ਚੋਂ 1 ਜਾਂ 2 ਬੰਦੇ ਰਾਤ ਨੂੰ ਪਹਿਰਾ ਦਿੰਦੇ ਨੇ। ਇਹ ਕੰਟੀਨਿਊਸ ਪਹਿਰਾ ਦਿੰਦੇ ਨੇ ਕਿ ਉਹਨਾਂ ਦੀ ਟਰਾਲੀ ਦੇ ਨੇੜੇ ਕੋਈ ਆਲੇ ਦੁਆਲੇ ਕੋਈ ਆ ਨਾ ਜਾਏ। ਇਹ ਸਾਰਾ ਕੁਝ ਅਸੀਂ ਡਿਸਿਪਲਿਨ ਮੇਨਟੇਨ ਕਰਨ ਵਾਸਤੇ, ਸ਼ਾਂਤੀ ਵਾਸਤੇ ਅਸੀਂ ਪ੍ਰਬੰਧ ਕੀਤਾ ਹੋਇਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਦਿਨ ਪਹਿਲਾਂ ਸਭ ਕੁਝ ਮੰਨਦਾ ਹੈ, ਮੀਡੀਆ ਦੇ ਸਾਹਮਣੇ ਵੀ ਸਭ ਕੁਝ ਮੰਨਦਾ ਹੈ, ਕੁਝ ਹੀ ਮਿੰਟਾਂ ਬਾਅਦ, ਘੰਟਿਆਂ ਬਾਅਦ ਜਦੋਂ ਪੁਲਿਸ ਨੂੰ ਫੜਾਉਂਦੇ ਆ, ਉਹ ਵੀਡੀਓ ਆ ਜਾਂਦੀ ਕਿ ਮੈਂ ਤਾਂ ਸਭ ਕੁਝ ਕੀਤਾ, ਇਹਨੇ ਮੇਰੇ ਚੁੰਡੀਆਂ ਵੜਦੇ ਸੀ ਪਿੱਛੋਂ, ਸਭ ਕੁਝ ਦੇ। ਤੁਸੀਂ ਮੈਨੂੰ ਇੱਕ ਦੱਸਿਓ, ਜਿਹੜਾ ਬੰਦਾ ਇੱਕ ਪੁਲਿਸ ਇੰਸਪੈਕਟਰ ਦਾ ਨਾਮ ਲੈਂਦਾ ਵੀ ਮੈਨੂੰ ਜੀ ਫਲਾਣੇ ਨੇ ਭੇਜਿਆ ਹੋਇਆ, ਹੁਣ ਬਾਕੀ ਪੁਲਿਸ ਉਹਦੇ ਖਿਲਾਫ ਕਿਤੇ ਕੋਈ ਕਾਰਵਾਈ ਕਰੇਗੀ? ਪੁਲਿਸ ਤਾਂ ਉਹਨੂੰ ਬਚਾਉਣ ਵਾਸਤੇ ਕੁਝ ਵੀ ਕਹੇਗੀ। ਤਾਂ ਇਹ ਸਾਰਾ ਕੁਝ ਏਜੰਸੀਆਂ ਆਪਣੇ ਐਕਸਪੋਜ਼ ਹੋਣ ਤੋਂ ਡਰਦੇ ਮਾਰੀਆਂ ਉਹਦੇ ਕੋਲੋਂ ਹੁਣ ਕਹਾਈ ਜਾ ਰਹੀਆਂ। ਅਸਲੀਅਤ ਇਹੀ ਹੈ, ਜੋ ਇੱਥੇ ਬਿਆਨ ਕਰ ਗਿਆ ਉਹ ਕਿਸੇ ਨੇ ਉਹਨੂੰ ਕੁੱਟਿਆ ਮਾਰਿਆ ਨਹੀਂ। ਸਾਡੀ ਇਦਾਂ ਦੀ ਕੋਈ ਪਾਲਿਸੀ ਨਹੀਂ ਵੀ ਅਸੀਂ ਕੁੱਟੀਆਂ ਮਾਰੀਏ। ਹਾਂ, ਅਸੀਂ ਜਿਹੜਾ ਸਾਨੂੰ ਪਤਾ ਥੋੜ੍ਹਾ ਜਿਹਾ ਸ਼ੱਕ ਪੈਂਦਾ ਵੀ ਆਹ ਬੰਦਾ ਸ਼ੱਕੀ ਹੈ, ਉਹਦੇ ਮਗਰ ਸਾਡੇ ਜਿਹੜੇ ਵਲੰਟੀਅਰਸ ਨੇ ਇਸ ਕੰਮ ਤੇ ਲਾਏ ਹੋਏ ਲੱਗੇ ਰਹਿੰਦੇ ਨੇ, ਹਫਤਾ ਵਾਚ ਕਰਦੇ ਰਹਿੰਦੇ ਨੇ। ਜਦੋਂ ਤਸੱਲੀ ਹੁੰਦੀ ਹੈ ਫਿਰ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਆ। ਇਹ ਜੋ ਡਰਾਮਾ ਸਾਰਾ ਪੁਲਿਸ ਨੇ ਰਚਿਆ, ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਲਿਖਤੀ ਵੀ ਉਹਨਾਂ ਨੂੰ ਦੇ ਦਿੱਤਾ ਵੀ ਇਹਦੀ ਕਾਰਵਾਈ ਕਰੋ, ਔਰ ਇੱਕ DIG ਨੂੰ ਦੱਸ ਕੇ ਅਸੀਂ ਉਹਦੇ ਬਾਅਦ ਪੁਲਿਸ ਦੇ ਹਵਾਲੇ ਕੀਤਾ। ਉਹ ਤੇ ਹੁਣ ਆਪਣੀ ਸਰਕਾਰ ਨੂੰ ਬਚਾਉਣ ਵਾਸਤੇ, ਆਪਣੀ ਚਮੜੀ ਬਚਾਉਣ ਵਾਸਤੇ ਕਿਸੇ ਕੋਲੋਂ ਪੁਲਿਸ ਦਾ, ਤਾਂ ਉਹ ਕਹਿੰਦੇ ਨੇ ਪੁਲਿਸ ਦੇ ਡੰਡੇ ਅੱਗੇ ਤਾਂ ਭੂਤ ਨੱਚਣ ਲੱਗ ਪੈਂਦੇ ਨੇ। ਉਹ ਤਾਂ ਬੰਦਾ ਇੱਕ
ਆਊਟਰ ਰਿੰਗ ਰੋਡ ਦੀ ਗੱਲ ਹੋਈ ਸੀ ਕਿ ਉਹਦੇ ਉੱਤੇ ਟਰੈਕਟਰ ਪਰੇਡ ਕਰਨੀ ਆ, ਉਸੇ ਰੂਟ ਦੇ ਉੱਪਰ ਹੀ ਸਹਿਮਤੀ ਬਣੀ ਹੈ ਕਿ ਜਾਂ ਕੋਈ ਨਵੇਂ ਰੂਟ ਦੀ ਗੱਲ ਹੋ ਰਹੀ ਹੈ? ਨਹੀਂ, ਅਸੀਂ ਇਹਦੇ 'ਚ ਕੋਸ਼ਿਸ਼ ਇਹ ਕੀਤੀ ਹੈ ਵੀ ਮੈਕਸਿਮਮ ਉਹ ਏਰੀਆਜ਼ ਹੋਣ ਜਿੱਥੇ ਪੋਪੂਲੇਸ਼ਨ ਹੋਵੇ। ਸੜਕਾਂ ਤੇ ਭਜਾ ਕੇ ਲੋਕੀ ਜਿੱਥੇ ਦੇਖਣੇ ਨਾ ਹੋਣ, ਫਿਰ ਪੁਲਿਸ ਵਾਲੇ ਉਹ ਲੋਕਾਂ ਨੂੰ ਦੂਰ ਰੱਖਣ, ਇਦਾਂ ਦਾ ਹੀ ਨਹੀਂ। ਅਸੀਂ ਸਾਰੇ ਰੂਟ ਇਸ ਤਰ੍ਹਾਂ ਬੈਠ ਕੇ ਬਣਾਏ ਨੇ। ਸਾਡੀ ਜਦੋਂ ਕੱਲ ਮੀਟਿੰਗ ਹੋਈ ਹੈ, ਪਹਿਲੀਆਂ ਮੀਟਿੰਗਾਂ 'ਚ ਮੈਂ ਜਾਂਦਾ ਰਿਹਾ। ਕੱਲ ਮੈਂ ਕਿਹਾ ਸੀ ਵੀ ਮੈਨੂੰ ਦਿੱਲੀ ਬਾਰੇ ਕੋਈ ਗਿਆਨ ਨਹੀਂ, ਬੰਦੇ ਨੂੰ ਉਹਨੂੰ ਨੂੰ ਲੈ ਕੇ ਜਾਓ ਜਿਨ੍ਹਾਂ ਨੂੰ ਦਿੱਲੀ ਦਾ ਗਿਆਨ ਹੈ। ਫਿਰ ਉਹ ਸਾਰਾ ਉਹਨਾਂ ਨੇ ਇਸ ਤਰ੍ਹਾਂ ਦਾ ਰੂਟ ਬਣਾਇਆ, ਪਿੰਡਾਂ ਦੇ ਵਿੱਚ ਹੀ ਜਿਹੜੀ ਸੰਘਣੀ ਬੱਸੋਂ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਹੀ ਇਹਨੂੰ ਚਾਹੇਗਾ। ਜਿਵੇਂ ਐਸ ਜਿਹੜਾ ਇੱਥੇ ਇਹ ਹੈਗਾ ਨਾਕਾ, ਇੱਥੋਂ ਕੋਈ ਜਿਹੜਾ ਚੱਲੇਗਾ ਉਹਦੀ ਕੋਈ ਲੰਬਾਈ 100 ਕਿਲੋਮੀਟਰ ਦੇ ਕਰੀਬ ਹੋਏਗੀ। ਤਰੀਕ ਨੂੰ ਟਰੈਕਟਰ ਮਾਰਚ ਕਰਨਾ। ਸਿੰਘੂ ਦੀ ਕੱਲੀ ਗੱਲ ਕਰੀ ਤਾਂ 100 ਕਿਲੋਮੀਟਰ ਚੱਲੇਗਾ ਇਹ? ਉਹ 100 ਕਿਲੋਮੀਟਰ ਕੱਲਾ ਸਿੰਘੂ, ਬਾਕੀ ਜਿੰਨੇ ਵੀ ਨੇ ਉਹ 100 ਸਵਾ 100, ਕੋਈ 100 ਤੇ ਵੱਧ ਹੈ, ਕੋਈ ਪੂਰਾ 100 ਹੈ। 100 ਤੋਂ ਘੱਟ ਕੋਈ ਨਹੀਂ, 100 ਕਿਲੋਮੀਟਰ ਤੋਂ ਘੱਟ ਕਿਸੇ ਨੇ ਨਹੀਂ ਚੱਲਣਾ। ਮੰਨ ਲਈਏ ਵੀ ਇੱਕ ਦਿਨ 'ਚ ਤਾਂ ਨਹੀਂ ਮੁੜਦੇ ਇਹ? ਨਹੀਂ, ਪੁਲਿਸ ਦਾ ਕਹਿਣਾ ਹੈ ਵੀ ਜਿੰਨੀ ਸੰਖਿਆ ਉਹਨਾਂ ਦੇ ਕੋਲ ਰਿਪੋਰਟ ਹੈ ਵੀ 48 ਘੰਟੇ ਕੰਟੀਨਿਊਸਲੀ ਟਰੈਕਟਰ ਪੂਰੀ ਸਪੀਡ ਤੇ ਭੱਜਣ ਤਾਂ ਵੀ ਨਹੀਂ ਪੂਰਾ ਹੋਣਾ। 4-5 ਦਿਨ ਮੰਨ ਲਈਏ ਕਿ ਹੋਣਗੇ। ਦੇਖੋ, ਮੈਂ ਤਾਂ ਪਹਿਲੀ ਮੀਟਿੰਗ ਵਿੱਚ ਪੁਲਿਸ ਦੇ ਅਫਸਰਾਂ ਨੂੰ ਕਿਹਾ ਸੀ ਵੀ ਜਦੋਂ ਤੁਸੀਂ ਲਾਕਡਾਊਨ ਕਰਕੇ ਲੋਕਾਂ ਨੂੰ ਘਰਾਂ 'ਚ ਬੰਦ ਕਰ ਸਕਦੇ ਹੋ, ਲੋਕਾਂ ਨੂੰ ਕੋਈ ਇਹਨੂੰ ਦੇਖੋ, ਬਾਜ਼ਾਰ ਵਾਸਤੇ ਲਾਕਡਾਊਨ ਹੈ। ਕਿਸਾਨਾਂ ਦੇ ਨਾਂ ਤੇ ਲਾਕਡਾਊਨ ਕਰ ਦਿਓ ਤਾਂ ਕੀ ਫਰਕ ਪੈਂਦਾ? ਸਾਡਾ ਭਾਈਚਾਰਾ ਹੈ। ਦੇਖੋ, ਤੁਸੀਂ ਦਿੱਲੀ 'ਚੋਂ ਲੋਕ ਇੱਥੇ ਕਿਵੇਂ ਆਉਂਦੇ ਆ, ਇਹ ਇੱਕ ਸਾਡੀ ਜਿਹੜੀ ਹੈ ਨਾ ਕਲਚਰਲ ਸਾਂਝ, ਉਹਦੀ ਨਿਸ਼ਾਨੀ ਹੈ। ਉਹ ਐਵੇਂ ਨਹੀਂ ਆਉਂਦੇ ਕੁਝ ਉੱਦਾਂ ਹੀ ਦਿਖਾਵੇ ਵਾਸਤੇ ਨਹੀਂ ਆਉਂਦੇ। ਇੱਥੇ ਆ ਕੇ ਸਮਾਨ ਵੰਡਦੇ ਨੇ, ਕਦੇ ਕੁਝ ਦਿੰਦੇ ਨੇ। ਇਹਦਾ ਮਤਲਬ ਸਾਡੀ ਜਿਹੜਾ ਹੈਗਾ ਨਾ ਇੰਨਾ ਕਲਚਰਲ ਨੈਟਵਰਕ ਇੰਨਾ ਤਕੜਾ ਹੈ। ਸਰਕਾਰਾਂ ਜੋ ਮਰਜ਼ੀ ਕਹਿਣ, ਭਾਈਚਾਰਕ ਤੋਂ ਅਸੀਂ ਬਹੁਤ ਅਮੀਰ ਹਾਂ। ਪਿੱਛੇ ਗੱਲਾਂ ਕਰਦੇ ਕਹਿੰਦੇ ਐਰਕੀ ਜਿਹੜੀਆਂ ਉਹ ਉੱਥੇ ਸਮਾਗਮ ਹੁੰਦੇ ਨੇ ਸਰਕਾਰੀ, ਉਹਨਾਂ ਦੀਆਂ ਕੁਰਸੀਆਂ ਖਾਲੀ ਹੋਣਗੀਆਂ, ਰੋਡਾਂ ਦੇ ਉੱਪਰ ਜ਼ਿਆਦਾ ਭੀੜ ਹੋਊਗੀ, ਸਾਰੇ ਟਰੈਕਟਰ ਦੇਖਣੇ ਨੇ ਸਾਰਿਆਂ ਨੇ। ਨਹੀਂ, ਇਹ ਲੋਕਾਂ ਦਾ ਫੰਕਸ਼ਨ ਹੈ, ਅਸਲ 'ਚ ਬੇਸਿਕਲੀ ਗਲਤ ਹੁੰਦਾ ਰਿਹਾ। ਲੋਕਾਂ ਦੀ ਸ਼ਮੂਲੀਅਤ ਇਹਦੇ 'ਚ ਹੋਣੀ ਬਹੁਤ ਜ਼ਰੂਰੀ ਸੀ। ਔਰ ਲੋਕਾਂ ਨੂੰ ਦੇਖੋ, ਤੁਸੀਂ ਸੰਵਿਧਾਨ ਜਿਸ ਦਿਨ ਲਾਗੂ ਹੋਇਆ ਉਹਨੂੰ ਅਸੀਂ ਗਣਤੰਤਰ ਦਿਵਸ ਕਹਿੰਦੇ ਹਾਂ। ਸੰਵਿਧਾਨ ਦਾ ਹੀ ਇਹਨਾਂ ਨੇ ਅਮੈਂਡਮੈਂਟਸ ਕਰਕੇ ਇਹੋ ਜਿਹੇ ਕਾਨੂੰਨ ਬਣਾਏ, ਕਦੇ ਹੁਣ UAPA ਲੈ, ਕਦੇ ਟਾਡਾ ਲੈ, ਕਦੇ ਕੁਝ। ਡੈਮੋਕ੍ਰੇਸੀ ਦਾ ਤਾਂ ਕੁਝ ਰਹਿਣ ਹੀ ਨਹੀਂ ਦਿੱਤਾ ਨਾ ਸੰਵਿਧਾਨ ਦੇ ਵਿੱਚ। ਅਸੀਂ ਤਾਂ ਮੰਗ ਕਰਾਂਗੇ ਵੀ ਉਸ ਦਿਨ ਜਿਹੜੀ ਸਾਡੀ ਇਹ ਪਰੇਡ ਹੈ ਤੇ ਬਸ ਸਾਡਾ ਓਰੀਜਨਲ ਸੰਵਿਧਾਨ ਲੋਕਾਂ ਦੇ ਹਵਾਲੇ ਕਰੋ, ਜਿਹੜਾ ਦੇਸ਼ ਵਿੱਚ ਦੇ ਹਰ ਸ਼ਹਿਰੀ ਨੂੰ ਜ਼ਿੰਦਗੀ ਜਿਉਣ ਦੀ, ਆਜ਼ਾਦੀ ਨਾਲ ਰਹਿਣ ਦੀ ਗਰੰਟੀ ਦਿੰਦਾ, ਉਹ ਸੰਵਿਧਾਨ ਲਿਓ। ਇਹ ਕੀ ਹੋਇਆ ਜੀ, ਜੇ ਅਸੀਂ ਕਿਤੇ ਅੰਦੋਲਨ ਕਰਕੇ ਬਹਿ ਕੇ NIA ਨੋਟਿਸ ਦੇ ਕੇ ਭੇਜ ਦਿੰਦਾ, ਕਦੇ ਇਨਕਮ ਟੈਕਸ ਵਾਲਿਆਂ ਦੇ ਛਾਪੇ। ਇਹ ਕੋਈ ਤਰੀਕਾ ਥੋੜਾ ਹੈ। ਦਿਸ ਇਜ਼ ਨਾਟ ਡੈਮੋਕ੍ਰੇਸੀ, ਦਿਸ ਇਜ਼ ਹਿਪੋਕ੍ਰੇਸੀ, ਸੂਡੋ ਡੈਮੋਕ੍ਰੇਸੀ। ਤੋ ਇਹਨੂੰ ਇਸ ਕਰਕੇ ਅਸੀਂ ਤਾਂ ਦੇਸ਼ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਨੇ ਸੰਵਿਧਾਨ ਦੀਆਂ, ਉਹਨਾਂ ਨੂੰ ਬਹਾਲ ਕਰਨ ਵਾਸਤੇ ਇਹ ਉਸ ਦਿਨ ਅਸੀਂ ਕਰ ਰਹੇ। ਨਿਵੇਕਲਾ ਹੋਏਗਾ, ਦੁਨੀਆ ਦੇ ਵਿੱਚ ਯੂਨੀਕ ਹੋਏਗਾ ਔਰ ਪੀਸਫੁਲ ਹੋਏਗਾ। ਇੱਕ ਦੋ ਸਵਾਲ ਮੈਂ ਹੋਰ ਪੁੱਛੂੰਗਾ ਕਿ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਕਿ ਮੀਟਿੰਗ ਜਿਹੜੀ ਲਾਸਟ ਹੋਈ ਸੀ ਉਸ ਤੋਂ ਬਾਅਦ ਠੀਕ ਹੈ ਪੁਲਿਸ ਦੇ ਇਜਾਜ਼ਤ ਦਿੱਤੀ, ਪੁਲਿਸ ਨੇ ਜੇ ਇਜਾਜ਼ਤ ਦਿੱਤੀ ਹੈ ਤੇ ਸਰਕਾਰ ਦੇ ਕਹਿਣ ਤੇ ਹੀ ਹੋਇਆ ਹੋਊਗਾ ਕਿਉਂਕਿ ਪ੍ਰਸ਼ਾਸਨ ਬਾਹਰ ਨਹੀਂ ਹੁੰਦਾ, ਤਾਂ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਲੱਗਦਾ ਕਿ 26 ਤਰੀਕ ਤੋਂ ਬਾਅਦ ਕੰਨ ਖੁੱਲਣਗੇ ਉਹਨਾਂ ਦੇ? ਦੇਖੋ, ਮੈਂ ਬੜੀ ਸਾਫ਼ ਗੱਲ ਕਰਾਂ, ਹਰ ਮੀਟਿੰਗ ਤੋਂ ਇਹ ਸਿੱਧ ਹੋਇਆ ਵੀ ਅਸੀਂ ਜੇਤੂ ਹੋ ਕੇ ਨਿਕਲੇ ਹਾਂ। ਸਰਕਾਰ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਸੀ ਹੁੰਦਾ। ਇੱਕ ਈਗੋ ਪ੍ਰੋਬਲਮ ਹੈ, ਮੋਦੀ ਪਿੱਛੇ ਨਹੀਂ ਹਟਦਾ। ਇਹ ਧਾਰਨਾ ਬਣਾਤੀ ਮੋਦੀ ਕਰਨ ਦੀ ਜਿਹੜੀ ਧਾਰਨਾ ਬਣਾਤੀ, ਉਹ ਇਸ ਅੰਦੋਲਨ ਦਾ ਫੈਸਲਾ ਨਹੀਂ ਹੋਣ ਦਿੰਦੇ। ਅਦਰਵਾਈਜ਼ ਸਾਫ਼ ਲਫ਼ਜ਼ਾਂ 'ਚ ਕਹਿੰਦੇ ਆ ਵੀ ਸ਼ਬਦ ਬਦਲ ਕੇ ਜੋ ਮਰਜ਼ੀ ਕਰ ਲਓ, ਰਿਪੀਲ ਦਾ ਸ਼ਬਦ ਨਾ ਵਰਤੋ। ਇਹ ਹੁਣ ਖੱਟਾ ਲੱਗਦਾ। ਸ਼ਬਦ ਰੋਕ ਸ਼ਬਦ ਇਹਨਾਂ ਨੇ ਲੱਭ ਲਿਆ ਸੀਗਾ, ਤੀਸਰਾ ਸ਼ਬਦ ਜਿਹੜਾ ਕਹਿੰਦੇ ਆ। ਨਹੀਂ, ਹਾਲੇ ਇਦਾਂ ਦੀ ਕੋਈ ਗੱਲ ਨਹੀਂ। ਅਸੀਂ ਕੋਈ ਇਹਨਾਂ ਦੇ ਸ਼ਬਦਾਵਲੀ ਤੇ ਨਹੀਂ ਆਏ, ਪਰ ਇੱਕ ਜ਼ਰੂਰ ਹੈ ਵੀ ਇੰਨੇ ਕਾਨੂੰਨ ਇਹਨਾਂ ਨੇ ਰਿਪੀਲ ਕੀਤੇ ਹੈ। ਆ ਕਿਸਾਨਾਂ ਦੇ ਕਾਨੂੰਨ ਰਿਪੀਲ ਕਰਨ ਵਾਸਤੇ ਕੋਈ ਖੱਟੇ ਲੱਗਦੇ ਆ? ਕਰਦੇ ਨੇ ਰਿਪੀਲ। ਜਦੋਂ ਇਹ ਕਹਿੰਦੇ ਨੇ ਵੀ ਅਸੀਂ ਇੰਨੇ ਸਾਲ ਇਹਨੂੰ ਸਸਪੈਂਡ ਕਰ ਦਿੰਦੇ ਆ ਜੀ, ਫਿਰ ਕਮੇਟੀ ਬਣਾ ਦਾਂਗੇ ਜਿਹੜੀ ਰਿਪੀਲ ਕਰਨ ਦੇ ਢੰਗ ਦੱਸੂ। ਹੁਣ ਇਹਨਾਂ ਨੂੰ ਢੰਗ ਨਹੀਂ ਪਤਾ, ਇਹ ਦੱਸਿਓ। ਜਿਹੜੀ ਕਮੇਟੀ ਬਣਾਉਣੀ ਹੈ ਰਿਪੀਲ ਕਰਨ ਦੇ ਢੰਗ ਦੱਸਣ ਨੂੰ ਬਣਾਉਣੀ ਹੈ, ਤੇ ਫਿਰ ਨਵੀਂ ਇਲੈਕਸ਼ਨ ਆ ਜੀ, ਨਵੀਂ ਇਲੈਕਸ਼ਨ ਵੇਲੇ ਰਿਪੀਲ ਕਰ ਦੇਣਗੇ। ਕਿਸੇ ਦੀ ਜ਼ਰੂਰਤ ਹੈ ਇਲੈਕਸ਼ਨ ਦੇ ਦਿਨਾਂ ਵਿੱਚ ਇਹਨੂੰ ਫਿਰ ਲਾਗੂ ਕਰਨ ਦੀ? ਜਿਹੜਾ ਉਹ ਆ ਸਾਰੀ ਟਰਮ ਵਾਸਤੇ ਸਸਪੈਂਡ ਕਰਦੇ ਨੇ, ਇਹਦਾ ਮਤਲਬ ਇਹ ਹੈ ਵੀ ਉਹ ਰਿਪੀਲ ਕਰਨ ਨੂੰ ਤਿਆਰ ਨੇ, ਸ਼ਬਦ ਰਿਪੀਲ ਨਹੀਂ ਵਰਤਦੇ। ਹੁਣ ਇਹ ਭੱਜੇ ਹੋਏ ਆ ਜੀ, ਕਾਨੂੰਨ ਦਾ ਇਹਦਾ ਭੋਗ ਪਾਉਣਾ ਹੈ ਇਹਨਾਂ ਕਾਨੂੰਨ ਦਾ, ਪਰ ਇਹਨੂੰ ਰਿਪੀਲ ਕਹਿ ਕੇ ਨਾ ਪਾਓ। ਪਾਉਣ ਨੂੰ ਤਿਆਰ ਹੈ। ਪਾਉਣ ਨੂੰ ਤਿਆਰ ਹੈ।
ਸਾਰਿਆਂ ਦੀ ਨਜ਼ਰਾਂ 'ਚ ਇਹ ਹੈ ਗੱਲ ਕਿ 26 ਤਰੀਕ ਤੋਂ ਬਾਅਦ ਕੀ ਅੰਦੋਲਨ ਖਤਮ ਹੋ ਜਾਵੇਗਾ ਜਾਂ 26 ਤਰੀਕ ਨੂੰ ਕੀ ਹੋਵੇਗਾ, ਇਹ ਕਲੀਅਰ ਕਰ ਦਿਓ, ਕਿਉਂਕਿ ਜਿਸ ਤਰੀਕੇ ਨਾਲ ਉੱਥੇ ਚਰਚਾ ਹੁੰਦੀ ਹੈ, ਕਈ ਵਾਰੀ ਅਸੀਂ ਵੀ ਬੈਠਦੇ ਹਾਂ ਲੋਕਾਂ 'ਚ, ਤਾਂ ਉਹ ਕਈ ਵਾਰੀ ਇਨਫੋਰਮੇਸ਼ਨ ਜਾਣੀ ਉਹਨਾਂ 'ਚ ਜ਼ਰੂਰੀ ਹੈ, ਸਹੀ ਇਨਫੋਰਮੇਸ਼ਨ ਕਿ 26 ਤੋਂ ਬਾਅਦ ਕੀ ਹੋਵੇਗਾ। ਨਹੀਂ, ਅਸੀਂ 26 ਨੂੰ ਅੰਦੋਲਨ ਖਤਮ ਨਹੀਂ ਹੋ ਰਿਹਾ। ਜੇ ਤਾਂ ਸਰਕਾਰ ਰਿਪੀਲ ਕਰ ਦਊ ਫਿਰ ਤਾਂ ਅਸੀਂ ਖੁਸ਼ੀਆਂ ਮਨਾਉਂਦੇ ਘਰ ਨੂੰ ਜਾਵਾਂਗੇ ਛਾਲਾਂ ਮਾਰਦੇ, ਤੇ ਜੇ ਨਹੀਂ ਤਾਂ ਅਸੀਂ ਇੱਥੇ ਹੀ ਬੈਠੇ ਹਾਂ। 29 ਨੂੰ ਫਿਰ ਪਾਰਲੀਮੈਂਟ ਦਾ ਸੈਸ਼ਨ ਬੈਠ ਰਿਹਾ, ਔਰ ਮੈਂ ਅੱਜ ਕਹਿ ਦਿੱਤਾ ਹੈ ਵੀ ਦੇਖਾਂਗੇ ਕਿਹੜਾ ਮਾਈ ਦਾ ਲਾਲ ਕਿਸਾਨਾਂ ਦੇ ਖਿਲਾਫ ਇੱਕ ਸ਼ਬਦ ਵੀ ਬੋਲਦਾ ਹੈ। ਜਿਹੜਾ ਐਮਪੀ ਚਾਹੇ ਕਿਸੇ ਪਾਰਟੀ ਦਾ, ਚਾਹੇ ਹੋਵੇ ਕਾਂਗਰਸੀ, ਚਾਹੇ ਅਕਾਲੀ, ਚਾਹੇ ਭਾਜਪਾ ਦਾ, ਕਿਸੇ ਦਾ ਹੋਵੇ, ਜਿਹੜਾ ਐਮਪੀ ਕਿਸਾਨਾਂ ਦੇ ਖਿਲਾਫ ਬੋਲੇਗਾ, ਜੇ ਉਹ ਇੱਕ ਸ਼ਬਦ ਬੋਲੇਗਾ, ਕਿਸਾਨ 1000 ਬੋਲਣਗੇ। ਅਸੀਂ ਦੇਖਾਂਗੇ ਉਹ ਫਿਰ ਕਿਵੇਂ ਲੋਕਾਂ ਦੇ ਵਿਰੁੱਧ ਜਾਂਦੇ ਨੇ। ਇਹਨੂੰ ਬਹੁਤ ਸੀਰੀਅਸਲੀ ਲਵਾਂਗੇ, ਅਸੀਂ ਵਾਚ ਕਰਾਂਗੇ, ਇੱਥੇ ਬੈਠਾਂਗੇ। ਕਿਹਾ ਕਿਸਾਨਾਂ ਨੂੰ ਵੀ ਜਿਹੜਾ ਪਰੇਡ ਆ ਉਹ ਕਰਕੇ ਆ ਕੇ, ਜਿੱਥੇ ਤੁਹਾਡਾ ਟਰੈਕਟਰ ਚੱਲਿਆ ਉੱਥੇ ਹੀ ਆ ਕੇ ਆਪਣੀ ਜਗ੍ਹਾ ਲੈ ਲਓ, ਪੀਸਫੁਲੀ ਬਹਿ ਜਾਓ। ਸਾਰਾ ਦੂਰ ਤੱਕ ਅਸੀਂ ਲੰਗਰ ਸਭ ਕੁਝ ਪ੍ਰਬੰਧ ਕਰ ਦਿੱਤਾ ਹੋਇਆ, ਲੰਗਰ ਦਾ ਵੀ ਪ੍ਰਬੰਧ ਕਰਤਾ, ਠਹਿਰਨ ਦਾ ਵਾਸਤੇ ਵੀ ਅਸੀਂ ਕਰ ਰਹੇ ਹਾਂ ਉਪਰਾਲੇ, ਵੀ ਟੈਂਟ ਲੱਗ ਜਾਣ ਸੜਕ ਦੇ ਦੁਆਲੇ। ਔਰ ਮੈਨੂੰ ਲੱਗਦਾ ਇਹ ਹੈ ਵੀ ਮਿਨੀਮਮ ਕਰਨਾਲ ਤੱਕ ਟੋਟਲ ਸੜਕ ਜਿਹੜੀ ਆ ਬਲੌਕ ਹੋ ਜਾਏਗੀ। ਡਰਦੀ ਹੈ ਕਿ ਇਹਨਾਂ ਨੇ ਦਿੱਲੀੋਂ ਵਾਪਸ ਨਹੀਂ ਆਉਣਾ, ਕਿ ਤੁਹਾਡਾ ਵਾਪਸ ਆਉਣ ਦਾ ਪਲਾਨ ਹੈ ਕਿ ਜਾਂ ਉੱਥੇ ਰਹਿਣ ਦਾ ਪਲਾਨ? ਨਹੀਂ, ਇਹ ਸਾਡਾ ਕੋਈ ਨਹੀਂ, ਅਸੀਂ ਆ ਕੇ ਇੱਥੇ ਬੈਠਣਾ। ਅਸੀਂ ਆਪਣਾ ਪਿੰਡ ਨਹੀਂ ਛੱਡਣਾ। ਜਿਹੜਾ ਇਹ ਪਿੰਡ ਵਸਾਇਆ ਅਸੀਂ ਇਹ ਨਹੀਂ ਛੱਡਣਾ। ਸਿੰਘੂ ਇਹ ਐਵੇਂ ਪੁਲਿਸ ਐਵੇਂ ਗੁੰਮਰਾਹ ਕਰਦੀ ਹੈ, ਬਹਾਨੇ ਭਾਲਦੀ ਹੈ। ਉਹਨਾਂ ਦੀ ਫੋਰਸਿਸ ਨੇ ਜਿਹੜੀਆਂ ਉਹਨਾਂ ਨੂੰ ਤਕੜੇ ਕਰਨ ਵਾਸਤੇ ਇਦਾਂ ਦੀਆਂ ਗੱਲਾਂ ਛੱਡਦੇ। ਸਾਡਾ ਕੋਈ ਪ੍ਰੋਗਰਾਮ ਨਹੀਂ, ਅਸੀਂ ਜੋ ਕਹਿੰਦੇ ਆ ਉਹੀ ਕਰਦੇ ਹਾਂ। ਆਖਰੀ ਸਵਾਲ ਆ ਮੇਰਾ, ਜੋ ਕੁਝ ਹੋ ਰਿਹਾ ਹੈ ਅੱਜ ਪੂਰੇ ਦੁਨੀਆ ਦੀ ਨਿਗਾਹ ਹੈ ਇਸ ਅੰਦੋਲਨ ਦੇ ਉੱਪਰ। ਜਦੋਂ ਪਹਿਲੇ ਦਿਨ 25 ਤਰੀਕ ਨੂੰ ਉੱਥੋਂ ਚੱਲੇ ਸੀਗੇ, ਸੋਚਿਆ ਸੀਗਾ ਕਿ ਏਡਾ ਵੱਡਾ ਅੰਦੋਲਨ ਚੱਲੂਗਾ ਜਾਂ ਇਹ ਕੁਝ ਹੋ ਜਾਊਗਾ ਕਿ ਸਰਕਾਰਾਂ ਹਿੱਲ ਜਾਣਗੀਆਂ ਇਸ ਤੋਂ? ਇਸੇ ਲਈ ਮੈਂ ਕਿਹਾ ਵੀ ਕੋਈ ਦੇਵੀ ਸ਼ਕਤੀ ਹੈ। ਜੇ ਮੋਦੀ ਨੂੰ ਹੈ ਕੋਈ ਨੇਚਰ ਦਾ ਖਿਆਲ, ਤਾਂ ਇਹ ਸਮਝਣਾ ਚਾਹੀਦਾ ਵੀ ਨੇਚਰ ਹੈ ਇਹਦੇ ਪਿੱਛੇ ਜੋ ਕੋਈ ਕਾਰਜ ਕਰ ਰਹੀ ਹੈ। ਔਰ ਫਿਰ ਸਾਨੂੰ ਜਿਹੜੇ ਅਸੀਂ ਆ ਨਾਰਥ ਇੰਡੀਆ 'ਚ ਵਸਣ ਵਾਲੇ, ਸਾਡਾ ਇਤਿਹਾਸ ਉਹ ਸਾਨੂੰ ਸ਼ਾਂਤਮਈ ਰਹਿਣ ਵਾਸਤੇ ਬਾਰ-ਬਾਰ ਹਲੂਣਾ ਦਿੰਦਾ ਹੈ। ਸ਼ਾਂਤਮਈ ਰਹਿਣਾ ਹੈ, ਸ਼ਾਂਤਮਈ ਰਹਿਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਇੱਥੇ ਆ ਕੇ ਆਪਣਾ ਸੀਸ ਕਟਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਤੀ ਤਵੀ ਤੇ ਬਹਿ ਕੇ ਸ਼ਹਾਦਤ ਦੇ ਦਿੱਤੀ। ਤੇ ਉਹਨਾਂ ਨੇ ਸਾਨੂੰ ਕਦੇ ਨਹੀਂ ਕਿਹਾ, ਇੱਕ ਵਾਰੀ ਨਹੀਂ ਕਿਹਾ ਵੀ ਮੇਰੇ ਬਾਅਦ ਜਾਂ ਮੇਰੇ ਵਾਸਤੇ ਕੋਈ ਵਾਇਲੈਂਸ ਹੋਇਓ। ਤੇ ਅਸੀਂ ਆਪਣੇ ਭਾਈਚਾਰੇ ਨੂੰ ਇਹੀ ਕਹਿਣਾ ਵੀ ਯਾਦ ਰੱਖਿਓ, ਆਪਣੇ ਇਤਿਹਾਸ ਤੇ ਕਲੰਕ ਨਹੀਂ ਲਾਉਣਾ। ਸਾਨੂੰ ਜੋ ਮਰਜ਼ੀ ਸਰਕਾਰ ਕਰੇ, ਅਸੀਂ ਸਰਕਾਰ ਵੱਲ ਹੱਥ ਨਹੀਂ ਚੱਕਦੇ। ਹਾਂ, ਜ਼ੁਬਾਨ ਨਾਲ ਅਸੀਂ ਸਭ ਕੁਝ ਕਹਾਂਗੇ, ਉਹ ਸਾਡਾ ਅਧਿਕਾਰ ਹੈ। ਕਹਿੰਦੇ ਕਿ ਰਾਜੇਵਾਲ ਸਾਹਿਬ ਦਾ ਇੰਨੀ ਕੁ ਜ਼ਿਆਦਾ ਵਧੀਆ ਛਵੀ ਬਣ ਚੁੱਕੀ ਹੈ ਇਸ ਦੇ ਵਿੱਚ। ਚਲੋ ਤੁਹਾਡਾ ਤਾਂ ਵੈਸੇ ਬਹੁਤ ਸੰਘਰਸ਼ ਆ। ਕਹਿੰਦੇ ਪੰਜਾਬ 'ਚ ਆ ਕੇ ਕਿਤੋਂ ਵੀ ਹੁਣ ਇਲੈਕਸ਼ਨ ਲੜ ਪੈਣ ਤਾਂ ਉਹ ਕਿਤੋਂ ਵੀ ਜਿੱਤ ਸਕਦੇ, ਕਿਤੋਂ ਵੀ। ਕੋਈ ਇਦਾਂ ਦਾ ਪਲੈਨਿੰਗ ਤਾਂ ਨਹੀਂ ਹੈ ਤੁਹਾਡੀ? ਇਦਾਂ ਦੀ ਕੋਈ ਗੱਲ ਨਹੀਂ। ਮੈਂ ਕਿਸਾਨ ਆ, ਕਿਸਾਨ ਰਹਿਣ ਦਿਓ। ਮੈਂ ਸਾਰੀ ਉਮਰ ਕਿਸਾਨੀ ਨਾਲ, ਸਾਰੀ ਜ਼ਿੰਦਗੀ ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ ਗਿਆ। ਮੈਂ ਕਿਸਾਨ ਜਥੇਬੰਦੀ ਦਾ ਮੋਢੀ ਹਾਂ। 1971 ਤੋਂ ਮੈਂ ਚੱਲਿਆ ਹਾਂ। ਇਹਦਾ ਸੰਵਿਧਾਨ ਮੇਰਾ ਲਿਖਿਆ। ਸਾਰੇ ਦੇਸ਼ 'ਚ ਘੁੰਮ ਕੇ ਵੱਡੇ ਲੀਡਰ ਜਿਹੜੇ ਨਾਮਵਰ ਤੁਸੀਂ ਅੱਜ ਕਹਿੰਦੇ ਹੋ, ਇਹਨਾਂ ਨੂੰ ਘਰੋਂ 'ਚੋਂ ਮੈਂ ਕੱਢਿਆ ਹੋਇਆ। ਇਸ ਕਰਕੇ ਮੈਂ ਤਾਂ ਇਹਦੇ ਲਈ ਜੰਮਿਆ, ਇਹਦੇ ਲਈ ਮਰੂੰਗਾ। ਸੋ ਇਹ ਨੇ ਬਲਬੀਰ ਸਿੰਘ ਰਾਜੇਵਾਲ, ਇਸ ਕਿਸਾਨੀ ਅੰਦੋਲਨ ਦੇ ਮੁੱਢ ਨੇ। ਤਾਂ ਅੱਜ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ ਕਿ 26 ਤਰੀਕ ਦੀ ਕੀ ਪਲੈਨਿੰਗ ਆ, ਕੀ ਰੂਟ ਹੋ ਸਕਦੇ ਨੇ, ਕਿਸ ਤਰੀਕੇ ਨਾਲ ਅਗਲਾ ਪ੍ਰੋਗਰਾਮ ਉਲੀਕਿਆ ਜਾਣਾ ਆ। ਕਿਉਂਕਿ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਸੀਗੀਆਂ ਕਿ 26 ਜਨਵਰੀ ਤੋਂ ਬਾਅਦ ਅੰਦੋਲਨ ਖਤਮ ਹੋ ਜਾਵੇਗਾ, ਪਰ ਨਹੀਂ। 26 ਜਨਵਰੀ ਤੋਂ ਬਾਅਦ 29 ਤਰੀਕ ਨੂੰ ਸੈਸ਼ਨ ਬੈਠਣਾ ਆ। ਉਸ ਦੇ ਵਿੱਚ ਹੁਣ ਲੀਡਰਾਂ ਦੀ ਵਾਰੀ ਹੈ। ਲੀਡਰਾਂ ਦੀ ਵਾਰੀ ਹੈ ਕਿ ਉਹ ਦੇਖਣਗੇ ਕਿ ਕਿਹੜਾ ਕਿਸਾਨੀ ਦੇ ਹੱਕ ਦੇ ਵਿੱਚ ਬੋਲਦਾ ਆ, ਕਿਹੜਾ ਨਹੀਂ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸਿੰਘੂ ਬਾਰਡਰ।